Ma'am, please unmute yourself. ठीक है. Is it okay? Yes, ma'am. Yes, ma'am. Okay. Yes, my dear masters, friends, and God, and creators, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ. ਕੱਲ ਅਸੀਂ ਇਸ ਲਵ એનર્ਜੀ ਦੇ ਬਾਰੇ ਹੀ ਜਿਹੜੀ ਕਿ ਸਾਡੇ ਕੋਲ ਹੈ ਹੀ, ਅਸੀਂ ਫੀਲ ਵੀ ਕਰ ਰਹੇ ਹਾਂ, ਲੇਕਿਨ ਸਾਰਿਆਂ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਫੀਲ ਕਰੀਏ, ਵਨਨੈਸ ਦੀ ਫੀਲਿੰਗ ਦੇ ਵਿੱਚ ਕਿਸ ਤਰ੍ਹਾਂ ਜਾਈਏ, ਅਸੀਂ ਇਸ ਦੀ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਦੀ ਹੈ. ਤੇ ਕੱਲ ਅਸੀਂ ਫਾਰਮੂਲਾ ਦੇਖਿਆ ਸੀਗਾ ਕਿ ਲਵ, ਉਸ ਪਿਆਰ ਨੂੰ ਫਾਰਮੂਲੇ ਦੇ ਅੰਦਰ ਕਿਸ ਤਰ੍ਹਾਂ ਫਿਟ ਕਰਨਾ ਹੈ, ਕਿਸ ਤਰ੍ਹਾਂ ਆਪਣੇ ਪਿਆਰ ਨਾਲ ਆਪਣਾ ਕਿਹੜਾ ਪਿਆਰ ਜਿਹੜਾ ਮੇਰੀ ਬਾਡੀ ਚੋਂ ਰਿਲੀਜ਼ ਹੋਣਾ ਚਾਹੁੰਦਾ, ਪਿਆਰ ਦਾ ਉਹ ਜਿਹੜਾ ਮੇਰੀ ਬਾਡੀ ਦੁਆਰਾ ਰਿਲੀਜ਼ ਹੋਣਾ ਚਾਹੁੰਦਾ, ਉਹਦੇ ਲਈ ਅਸੀਂ ਇੱਕ ਫਾਰਮੂਲਾ ਕ੍ਰੀਏਟ ਕਰਨ ਦੇ ਬਾਰੇ ਕੱਲ ਅਸੀਂ ਆਪਣੀ ਗੱਲ ਉੱਥੇ ਸਮਾਪਤ ਕੀਤੀ ਸੀ. ਅੱਜ ਅਸੀਂ ਉੱਥੋਂ ਹੀ ਅੱਗੇ ਵਧ ਰਹੇ ਹਾਂ ਕਿ ਜਦੋਂ ਅਸੀਂ ਆਪਣਾ ਉਹ ਫਾਰਮੂਲਾ ਕ੍ਰੀਏਟ ਕਰ ਲਿਆ ਕਿ ਮੇਰੇ ਦੁਆਰਾ ਪਰਮਾਤਮਾ ਇਸ ਤਰੀਕੇ ਨਾਲ ਐਕਸਪ੍ਰੈਸ ਹੋਣਾ ਚਾਹ ਰਿਹਾ ਹੈ, ਔਰ ਥੋੜੀ ਪ੍ਰੈਕਟਿਸ ਵੀ ਕਰ ਲਈ, ਤੇ ਫਿਰ ਜਦੋਂ ਅਸੀਂ ਕੰਫਰਟੇਬਲ ਮਹਿਸੂਸ ਕਰਾਂਗੇ, ਉਹ ਜਿਹੜੀ ਪ੍ਰੈਕਟਿਸ ਅਸੀਂ ਕੱਲ ਸਿੱਖੀ ਸੀਗੀ, ਉਹਦੇ ਨਾਲ ਅਗਰ ਅਸੀਂ ਕੰਫਰਟੇਬਲ ਹੈਗੇ ਹਾਂ, ਤੇ ਫਿਰ ਅਸੀਂ ਇੱਕ ਕਦਮ ਹੋਰ ਅੱਗੇ ਵਧਾਵਾਂਗੇ. ਉਹ ਕਦਮ ਕੀ ਹੈ ਕਿ ਹੁਣ ਅਸੀਂ ਕੀ ਕਰਨ ਵਾਲਾ ਹੈ ਕਿ ਇੱਕ ਅਨਕੰਡੀਸ਼ਨਲ ਲਵ ਐਕਸਪ੍ਰੈਸ਼ਨ ਕਿਸੇ ਬੰਦੇ ਦੇ ਨਾਲ ਅਸੀਂ ਕਰਨਾ ਹੈ. ਪਹਿਲੇ ਤਾਂ ਅਸੀਂ ਜਸਟ ਸਾਰਿਆਂ ਲਈ ਕੀਤਾ ਸੀ ਨਾ, ਕਿ ਕਿਸੇ ਡੌਗਸ ਲਈ, ਲਿਵਿੰਗ ਨਾਨ ਲਿਵਿੰਗ ਥਿੰਗਸ, ਜਸਟ ਅਲੱਗ-ਅਲੱਗ ਜਿਹਦੇ ਨਾਲ ਵੀ ਸਾਡੇ ਕੋਲ ਹੋ ਰਿਹਾ ਸੀ, ਉਸ ਤਰੀਕੇ ਨਾਲ ਕਰ ਰਹੇ ਸੀ ਕਿ ਅਸੀਂ ਕਿਸ ਤਰ੍ਹਾਂ ਪਿਆਰ ਮਹਿਸੂਸ ਕਰ ਰਹੇ ਹਾਂ ਹਰ ਕਿਸੇ ਦੇ ਨਾਲ. ਜਿਸ ਨੂੰ ਵੀ ਦੇਖਦੇ ਹਾਂ, ਸਾਡੇ ਅੰਦਰੋਂ ਪਿਆਰ ਦੀ ਫੀਲਿੰਗ ਕਿਸ ਤਰ੍ਹਾਂ ਕ੍ਰੀਏਟ ਹੁੰਦੀ ਹੈ. ਅਸੀਂ ਮਹਿਸੂਸ ਨਹੀਂ ਕਰ ਰਹੇ ਹੁੰਦੇ ਕਿਸੇ ਫੁੱਲ ਨੂੰ ਦੇਖ ਕੇ ਖੁਸ਼ ਕਿਉਂ ਹੋਏ, ਹੈ ਨਾ, ਜਾਂ ਅਸੀਂ ਵਾਓ ਕਿਉਂ ਬੋਲ ਦਿੱਤਾ. ਇੱਕ ਸਿਹਰਨ ਜੀ ਸਾਡੇ ਅੰਦਰ ਆ ਜਾਂਦੀ ਕਿਸੇ ਕਿਸੇ ਟਾਈਮ ਤੇ ਕਿਸੇ ਚੀਜ਼ ਨੂੰ ਦੇਖਦੇ ਹਾਂ, ਔਰ ਚਿਹਰੇ ਤੇ ਮੁਸਕਾਨ ਆ ਜਾਂਦੀ. ਯਾਨੀ ਪਿਆਰ ਨੂੰ ਐਕਸਪ੍ਰੈਸ ਕਰਨ ਦੇ ਅਲੱਗ-ਅਲੱਗ ਤਰੀਕੇ ਅਸੀਂ ਜਦੋਂ ਸਾਰਾ ਦਿਨ ਰਹਿਣਾ ਸੀ ਤੇ ਅਸੀਂ ਉਹ ਫੀਲ ਕੀਤਾ. ਲੇਕਿਨ ਅੱਜ ਹੁਣ ਥੋੜਾ ਅਸੀਂ ਸਟੈਪ ਅੱਗੇ ਵਧਾਂਗੇ, ਕੋਈ ਖਾਸ ਪਰਸਨ ਚੁਣਾਂਗੇ, ਕੋਈ ਵੀ ਖਾਸ ਪਰਸਨ, ਔਰ ਉਸ ਪਰਸਨ ਦੇ ਨਾਲ ਅਸੀਂ ਇਸ ਫਾਰਮੂਲੇ ਨੂੰ ਕ੍ਰੀਏਟ ਕਰਾਂਗੇ ਕਿ ਇਹਦੇ ਨਾਲ ਮੈਂ ਹੁਣ ਆਪਣਾ ਲਵ એનર્ਜੀ ਕਿਸ ਤਰ੍ਹਾਂ ਐਕਸਚੇਂਜ ਕਰਨੀ ਹੈ, ਲਵ એનર્ਜੀ ਕਿਸ ਤਰ੍ਹਾਂ ਐਕਸਚੇਂਜ ਕਰਨੀ ਹੈ ਇਸ ਪਰਸਨ ਦੇ ਨਾਲ, ਕਿਸੇ ਖਾਸ ਇੱਕ ਬੰਦੇ ਦੇ ਨਾਲ. ਹੁਣ ਇੱਥੇ ਅਸੀਂ ਬਹੁਤ ਧਿਆਨ ਰੱਖਣਾ ਹੈ, ਕਿਉਂਕਿ ਸਭ ਤੋਂ ਪਹਿਲੀ ਗੱਲ, ਕਿਉਂਕਿ ਇੱਕ ਪਾਸੇ ਤੋਂ ਮੇਰਾ ਪ੍ਰੇਮ ਆਟੋਮੈਟਿਕਲੀ ਰਿਲੀਜ਼ ਹੋ ਰਿਹਾ ਹੈ. ਦੇਖਦੀ ਹਾਂ, ਬੱਚੇ ਨੂੰ ਦੇਖਿਆ, ਕਿਸੇ ਨੂੰ ਦੇਖਿਆ, ਆਪਣੇ ਬੱਚੇ ਨੂੰ ਦੇਖਿਆ, ਕਿਸੇ ਦੂਸਰੇ ਬੰਦੇ ਨੂੰ ਦੇਖਿਆ, ਜਿਹਦੇ ਨਾਲ ਮੇਰੇ ਕੋਲ ਕੋਈ ਵੀ ਇਹੋ ਜਿਹੀ ਗ੍ਰਜਿਸ ਜਾਂ ਕੋਈ ਵੀ ਇਹੋ ਜਿਹੀ ਇਮੋਸ਼ਨ ਨਹੀਂ ਹੈ, ਆਟੋਮੈਟਿਕਲੀ ਮੈਂ ਦੇਖਿਆ ਮੇਰਾ ਪਿਆਰ ਮੇਰੀ ਬਾਡੀ ਤੋਂ ਰਿਲੀਜ਼ ਹੋਈ ਜਾ ਰਿਹਾ. ਲੇਕਿਨ ਕਈ ਕਈ ਜਗ੍ਹਾ ਦੇ ਉੱਤੇ ਹੋਏਗਾ ਕਿ ਸਾਡੇ ਬਾਡੀ ਦੇ ਵਿੱਚੋਂ ਪਿਆਰ ਰਿਲੀਜ਼ ਨਹੀਂ ਹੁੰਦਾ ਹੋਏਗਾ. ਇਰੀਟੇਸ਼ਨ, ਗੁੱਸਾ, ਥੋੜੀ ਜਿਹੀ ਨਾਰਾਜ਼ਗੀ, ਥੋੜੀ ਜਿਹਾ ਜਿਹਨੂੰ ਕਹਿੰਦੇ ਨਾ ਕਿ ਕਾਲਾ ਖੱਟਾ ਅਨੁਭਵ, ਉਹ ਸਾਨੂੰ ਫੀਲ ਹੁੰਦਾ ਹੋਏਗਾ. ਤੇ ਅਸੀਂ ਇਸ ਬੁੱਕ ਦੇ ਵਿੱਚ ਤਾਂ ਖੈਰ ਇਸ ਤਰ੍ਹਾਂ ਕੁਝ ਨਹੀਂ ਲਿਖਿਆ, ਲੇਕਿਨ ਮੇਰਾ ਪਰਸਨਲ ਹੈ ਕਿ ਅਸੀਂ ਇਹੋ ਜਿਹੇ ਬੰਦੇ ਨੂੰ ਚੁਣਾਂਗੇ ਜਿਸ ਦੇ ਨਾਲ ਮੇਰੇ ਰਿਲੇਸ਼ਨ ਥੋੜੇ ਜਿਹੇ ਖਾਰੇ ਖੱਟੇ ਨੇ. ਫਿਰ ਉਸ ਪਰਸਨ ਦੇ ਨਾਲ ਮੈਂ ਆਪਣੀ ਲਵ એનર્ਜੀ ਨੂੰ ਐਕਸਚੇਂਜ ਕਰਨਾ ਹੈ ਨਾ, ਲੈਣਾ ਵੀ ਹੈ ਔਰ ਦੇਣਾ ਵੀ ਹੈ, ਐਕਸਚੇਂਜ ਕਰਨਾ ਲਵ એનર્ਜੀ ਦਾ. ਅੱਜ ਤੱਕ ਸਾਡੇ ਕੋਲ ਕੀ ਹੋ ਰਿਹਾ ਕਿ ਅਸੀਂ ਆਪਣੇ ਅੰਦਰੋਂ, ਕਿਉਂਕਿ ਰਿਸ਼ਤਾ ਥੋੜਾ ਕਾਲਾ ਖੱਟਾ ਹੈ, ਉਹਦੇ ਨਾਲ ਮੇਰੀ ਇਮੋਸ਼ਨਸ ਜਿਹੜੀਆਂ ਉਹਨੂੰ ਦੇਖ ਕੇ ਨੇ ਕੁਝ ਕਾਲੀਆਂ ਖੱਟੀਆਂ ਨਿਕਲ ਰਹੀਆਂ ਨੇ, ਥੋੜੀ ਖਾਰੀ ਇਹੋ ਜਿਹੀਆਂ, ਤੇ ਸਾਹਮਣੇ ਵਾਲੇ ਪਰਸਨ ਤੋਂ ਵੀ ਉਹੀ ਚੀਜ਼ ਮੇਰੇ ਕੋਲ ਆ ਰਹੀ, ਤੇ ਯਾਨੀ ਅਸੀਂ ਨੈਗੇਟਿਵ એનર્ਜੀ ਦਾ ਐਕਸਚੇਂਜ ਕਰ ਰਹੇ ਇੱਕ ਦੂਸਰੇ ਦੇ ਨਾਲ. ਲੇਕਿਨ ਹੁਣ ਅਸੀਂ ਕੀ ਕਰਨਾ, ਐਕਸਚੇਂਜ ਕਰਨਾ ਲਵ એનર્ਜੀ ਦਾ ਐਕਸਚੇਂਜ ਕਰਨਾ ਹੈ. ਤਾਂ ਅਸੀਂ ਕਿਸੇ ਖਾਸ ਪਰਸਨ ਨੂੰ ਚੁਣਾਂਗੇ, ਔਰ ਇੱਥੇ ਅਸੀਂ ਧਿਆਨ ਕੀ ਰੱਖਣਾ ਹੈ ਕਿ ਅਸੀਂ ਦੂਸਰੇ ਇਨਸਾਨ ਦੀ ਫ੍ਰੀ ਵਿਲ ਨੂੰ ਟੱਚ ਨਹੀਂ ਕਰਨਾ ਹੈ. ਜਾ ਅਸੀਂ ਜਿਹੜਾ ਫਾਰਮੂਲਾ ਬਣਾਉਣਾ ਹੈ ਆਪਣੀ ਲਵ એનર્ਜੀ ਨੂੰ ਕ੍ਰੀਏਟ ਕਰਨ ਲਈ, ਕਿਉਂਕਿ ਮੇਰੇ ਅੰਦਰੋਂ ਪਿਆਰ ਉਤਪੰਨ ਹੋਏ, ਕਿਉਂਕਿ ਮੈਂ ਆਪਣੇ ਅੰਦਰੋਂ ਪਿਆਰ ਹੀ, ਵਨਨੈਸ ਨੂੰ ਹੀ ਦੇਖਣਾ, ਇਹ ਮੈਂ ਡਿਸਾਈਡ ਕੀਤਾ, ਇਹ ਮੇਰਾ ਉਹ ਹੈ ਡਿਸੀਜਨ. ਤੇ ਇਹਦੇ ਚ ਸਾਹਮਣੇ ਵਾਲਾ ਵੀ ਉਹੀ ਚਾਹੁੰਦਾ, ਮੈਂ ਇਹ ਉਹਦੇ ਤੇ ਥੋਪ ਨਹੀਂ ਸਕਦੀ, ਕਿਉਂਕਿ ਫ੍ਰੀ ਵਿਲ, ਇਹ ਸਾਨੂੰ ਯਾਦ ਰੱਖਣੀ ਕਿ ਸਾਡੀ ਫ੍ਰੀ ਵਿਲ ਉਹ ਇੱਕ ਮੇਰੀ ਤਾਕਤ ਹੈ, ਉਹ ਏਰੀਆ ਜਿੱਥੇ ਪਰਮਾਤਮਾ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ.
मेरी फ्री विल दे अंदर। तो ऐसे तरीके ना सामने वाले दी फ्री विल दा पूरा करना है। और क्योंकि ਅਸੀਂ कर ही नहीं सकते, क्योंकि अगर मैं सामने वाले दी फ्री विल ਨੂੰ टच ਕੀਤਾ, ਉਹਦੇ 'ਚ ਜਾ ਕੇ ਇੰਟਰਫੇਅਰ ਕੀਤਾ, तो मेरे लिए सिर्फ फ्रस्ट्रेशन ही पैदा होने वाली है। तो ਅਸੀਂ क्रिएटिंग फार्मूला ਜਿਹੜਾ ਅਸੀਂ बनाना है, गॉड एंड आई यानी परमात्मा ਦੀਆਂ ਕੁਆਲਿਟੀਆਂ ਨੂੰ देखना है, फिर ਉਹ ਸਾਰੀਆਂ ਕੁਆਲਿਟੀਆਂ ਆਪਣੇ ਅੰਦਰ ਦੇਖਣੀਆਂ ਨੇ। फिर मैं कहना क्लेम एंड एक्सेप्ट। क्लेम एंड एक्सेप्ट ਦੇ ਵਿੱਚ ਅਸੀਂ ਕੱਲ ਸਮਝ ਲਿਆ ਸੀਗਾ ਕਿ ਅਸੀਂ ਲਵ એનર્ਜੀ ਨੂੰ ਕਰਨਾ। तो ਹੁਣ ਇੱਥੇ ਮੈਂ ਕੀ ਕਰਨਾ ਹੈਗਾ ਕਿ ਆਪਣੇ ਪਿਆਰ ਨੂੰ ਇਸ ਪਰਸਨ ਦੇ ਨਾਲ ਐਕਸਪ੍ਰੈਸ ਕਰਨ ਲਈ ਮੈਨੂੰ ਕਿਹੜਾ ਫਾਰਮੂਲਾ ਬਣਾਉਣਾ ਪਏਗਾ, है ना। लेकिन मैं यह जो फार्मूला बनाने वाली हाँ ਉਹਦੇ 'ਚ मैं इस तरह का कोई फार्मूला नहीं बनावांगी जिहदे नाल कि मैं कहां कि यह बंदा मेरे नाल इस तरीके का व्यवहार करना शुरू कर दे, या यह बंदा इस तरीके नाल चेंज हो जाए, या मेरा यह काम इस तरीके नाल हो जाए। मैं इस तरह की कोई शर्त नहीं रखने वाली, ना अज ना हुण ना अगे कदी फ्यूचर दे विच भी, क्योंकि साडा जिहड़ा क्लेम है वो अनकंडीशनल बेशर्त प्रेम दा होना चाहिए है, उस आदमी दे नाल बेशर्त प्रेम दा। यही असी मैनीफेस्ट करना, बेशर्त प्रेम नु मैनीफेस्ट करना है। और फिर उस तो बाद प्यार दी जिहड़ी एनर्जी मेरी बॉडी तो मैनीफेस्ट होएगी, उस एनर्जी नु फील करना है। हुण ये थोड़ा जिहा कॉम्प्लिकेटेड लगदा होएगा, फॉर एग्जांपल दे नाल असी समझते हैं। एग्जांपल की कह रहा है कि मान लो मेरा किसी दे नाल, दो एग्जांपल असीं लांगे जिहड़े कि बहुत बेसिक ने, अजकल हर पासे हुंदे ने। पहला एग्जांपल तो असीं लैने कि सानूं लगदा कि सामने वाला बंदा मैनूं प्यार नहीं करदा, वो मेरी पूरी रिस्पैक्ट नहीं कर रहा, उन्हें मेरी बेइज्जती कर दित्ती, वो मेरे नाल रहना नहीं चाहता, वो मैनूं अवॉइड करदा। यह फीलिंग नैचुरली साडे सारिਆਂ दे अंदर हुंदी है। हुण मैं इहदे नाल अपना क्रिएटिंग फार्मूला बनाना है इस पर्सन दे नाल। तो हुण मैं यह शर्त नहीं रखांगी कि सामने वाला पर्सन अगर मेरे को बैठना नहीं चाह रहा, मेरे नाल उठना नहीं चाह रहा, तो मैं उन्होंने यह कहांगी नहीं बई क्रिएटिंग फार्मूला कि वो मेरे कोल आके बैठे, मेरे नाल आके रहना शुरू कर दे, या मेरी गल सुननी शुरू कर दे, या मेरे मुताबिक चलना शुरू कर दे। तो यह बेशर्त प्रेम नहीं है, ओदी फ्री विल है, वो अपने तरीके नाल जीना चाह रहा है। तो मैं जिहड़ा फार्मूला बनाना है, तो मैं किस तरह बनाना है कि वो ओदी फ्री विल है, वो जिस तरह चाहता है उस तरह करे, लेकिन फिर भी मैं उन्हें प्यार करना एज इट इज, वो जिस तरह का भी है। उस सरेंडर भाव दे विच जाके अपने प्यार नु रिलीज करना है, बेशर्त प्रेम की। ठीक है, तेरा गल मेरे नाल गल करनो नहीं ना कर रहा, तू ना कर, तू यह काम करना नहीं ना चाह रहा, कोई गल नहीं, ना कर, मैं फिर भी तेनों प्यार करांगी। एक मां अपने बच्चे नु किद्दां बेशर्त प्रेम करदी है, ओदे लई कोई नहीं है, बच्चे नु जितना मर्जी मारे कुटे जो मर्जी करे, ओदे अंदर इमोशन की हुंदी है कि वो बच्चे नु प्यार कर रही हुंदी है, बच्चा उस फीलिंग नु समझदा भी है। और असी उस फीलिंग दे नाल जदों किसी दे नाल भी रिलेशन रखांगे कि ठीक है तू जो करना है कर, मैनू कुछ नहीं है, समझाने लिए असी उसनू समझा देंगे, एक बारी दो बारी कहांगे। अगर वो बंदा नहीं चेंज होना चाह रहा है तो फिर असी उत्थे ही स्टॉप हो जाना है, और क्रिएटिंग फार्मूला अपनी लव एनर्जी नू रिलीज करन दा बनाना है, ना कि ओनू कहना कि तू मेरे लिए चेंज हो जा। ठीक है, क्योंकि प्यार बेशर्त प्रेम एक ऐसी चीज है जिहड़ी सानू साडी हाइट तक लैके चली जाएगी। जिस तरह कल असीं ब्रह्मा विष्णु महेश की गल कीती सीगी, 3 एनर्जीज जिहड़ियां ऑटोमैटिकली ईश्वर जी उस चैतन्य दा जिहड़ी 3 एनर्जी दे रूप दे विच एनर्जी वाइब्रेट हो रही है, इस रोटेट हो रही है, वाइब्रेट हो रही है, और चीज़ां मैनीफेस्ट हो रही ने, वो एक अलग फील्ड है। लेकिन असीं फिलहाल इस आज की डेट से इतना ही समझिए कि मेरे द्वारा जिहड़ी बॉडी एनर्जी रिलीज हो रही है वो प्योर और अनकंडीशनल लव दी होनी चाहिए। भी ठीक है, तू जिस तरह का भी है वो मैनू स्वीकार है, ओदे लई मेरे अंदर जो चेंजेस लैके आनियां ने, मैं अपने अंदर जो चेंज लैके आनी है। मान लो कि कोई बंदा मैंने छोड़ के जाना चाह रहा है, मेरा साथ पसंद नहीं करता है, तो मेरा क्रिएटिंग फार्मूला क्या होगा कि यस तू अगर मेरे को बाहर रह के जाना पसंद करना है तो आई एम नॉट अलोन, ईश्वर मेरे नाल है, अकाल पुरख मेरे नाल है, तू मेनू छोड़ के जिथे भी जाना चाहना, भी तू खुश रह, तेरी खुशी लिए मैं अपने आप नू इस तो हद तक भी बदलने लई तैयार, मैं तेरे तो बिना भी रहने तैयार हाँ। तो मैं इस तरीके का कोई क्रिएटिंग फार्मूला करांगी। दूसरा एक इंसीडेंट जिहड़ा आ जाता है, वो सानू लगता है कि सानू किसी ने चीट किया, साडे पैसे मार लए, धोखा दे दिता है ना, असीं ये चीज़ां आम धोखाधड़ी दी देखदे जाने हैं।
ਹੁਣ ਅਗਰ ਇਹ ਵਾਲੀ ਕੋਈ ਚੀਜ਼, ਇਹੋ ਜਿਹਾ ਪਰਸਨ ਹੈ ਜਿਸਨੇ ਮੈਨੂੰ ਚੀਟ ਕੀਤਾ ਹੈ, ਜਿਸਨੇ ਮੈਨੂੰ ਧੋਖਾਧੜੀ ਕੀਤੀ ਹੈ ਔਰ ਮੇਰੇ ਅੰਦਰੋਂ ਬਹੁਤ ਨੈਗੇਟਿਵ ਫੀਲਿੰਗ ਉਹਦੇ ਲਈ ਆ ਰਹੀਆਂ ਨੇ, ਤਾਂ ਉਸ ਟਾਈਮ ਦੇ ਉੱਤੇ ਅਸੀਂ ਕੀ ਕਰਾਂਗੇ, ਇਹ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂਗੀ ਕਿ ਜਦੋਂ ਅੱਜ ਤੋਂ ਕਾਫੀ ਸਾਲ ਪਹਿਲੇ 20-25 ਸਾਲ ਪਹਿਲੇ, ਜਦ ਕਿ ਮੈਨੂੰ ਇਹਨਾਂ ਚੀਜ਼ਾਂ ਦੀ ਇਤਨੀ ਸਮਝ ਵੀ ਨਹੀਂ ਸੀ, ਲੇਕਿਨ ਇਤਨਾ ਪਤਾ ਚੱਲ ਰਿਹਾ ਸੀਗਾ ਕਿ ਇਹ ਇਰੀਟੇਸ਼ਨ ਜੋ ਹੈ, ਜਦੋਂ ਮੈਂ ਇਰੀਟੇਟ ਹੋ ਰਹੀ ਹਾਂ ਕਿਸੇ ਵੀ ਚੀਜ਼ ਦੇ ਨਾਲ, ਤਾਂ ਮੈਂ ਅੱਛੀ ਫੀਲਿੰਗ ਦੇ ਵਿੱਚ ਨਹੀਂ ਰਹਿੰਦੀ, ਮੈਂ ਪਰਮਾਤਮਾ ਦੀ ਫੀਲਿੰਗ ਦੇ ਵਿੱਚ ਨਹੀਂ ਰਹਿੰਦੀ, ਮੈਂ ਸ਼ਾਂਤ ਨਹੀਂ ਰਹਿ ਪਾਉਂਦੀ, ਮੇਰੇ ਅੰਦਰ ਇੱਕ ਗੁੱਸਾ, ਇੱਕ ਇਰੀਟੇਸ਼ਨ, ਇੱਕ ਨੈਗੇਟਿਵ એનર્ਜੀ, ਮੇਰੇ ਕੋਲ એનર્ਜੀ ਵੀ ਉਦੋਂ ਨਹੀਂ ਸੀ ਹੁੰਦਾ, ਲੇਕਿਨ ਮੈਂ ਦੁਖੀ ਰਹਿੰਦੀ ਸੀ ਜਿਸ ਟਾਈਮ ਮੈਨੂੰ ਇਹਨਾਂ ਚੀਜ਼ਾਂ ਦੀ ਸਮਝ ਸੀ, ਤਾਂ ਦੁੱਖ ਦੀ ਫੀਲਿੰਗ ਦੇ ਵਿੱਚ ਹਮੇਸ਼ਾ ਰਹਿੰਦੀ ਸੀ, ਤਾਂ ਪੂਰੇ ਘਰ ਦਾ ਵਾਤਾਵਰਣ ਵੀ ਦੁੱਖ ਦਾ ਰਹਿੰਦਾ ਸੀ। ਉਸ ਤੋਂ ਬਾਅਦ ਇੱਕ ਸੀਨ ਐਸਾ ਆਇਆ ਕਿ ਦੇਖਿਆ ਕਿ ਪੈਸੇ ਬਾਰ-ਬਾਰ ਕੋਈ ਨਾ ਕੋਈ ਲੈ ਕੇ ਜਾਈ ਜਾ ਰਿਹਾ। तो इस टाइम इस तरह ही कोई सीन आया, किसी ने साढ़े पैसे ले और उसने फिर वापस ही नहीं किए, जबकि कुछ है ही नहीं सी, जस्ट ਉਹਨੂੰ ਕਿਹਾ ਸੀਗਾ ਕਿ ਪੈਸੇ ਫਲਾਣੇ ਬੰਦੇ ਕੋਲ ਲੈ ਕੇ ਸਾਨੂੰ ਵਾਪਸ ਲਿਆ ਕੇ ਦੇ ਦੇਈ, ਔਰ ਉਹ ਬੰਦਾ ਸਾਡੇ ਪੈਸੇ ਲੈ ਕੇ ਚਲਾ ਗਿਆ, ਔਰ ਨੈਗੇਟਿਵ ਫੀਲਿੰਗ ਅੰਦਰ ਤਿਆਰ ਹੋ ਗਈ, ਮੇਰੇ ਨਾਲ ਹੀ ਕਿਉਂ, ਉਹ ਕਹਿੰਦੇ ਨਾ ਕਿ ਗਿਲਟ, ਮੈਂ ਵਿਚਾਰੀ, ਇਹ ਸਾਰੀਆਂ ਇਮੋਸ਼ਨਸ ਅੰਦਰ ਤਿਆਰ ਹੋ ਗਈਆਂ। ਔਰ ਨਿਤਨੇਮ ਜਦੋਂ ਕਰਦੇ ਸੀਗੇ, ਤਾਂ ਨਿਤਨੇਮ ਕਰਦੇ ਕਰਦੇ ਹੀ ਮੈਂ ਦੇਖਿਆ ਕਿ ਜਪਜੀ ਸਾਹਿਬ ਦਾ ਪਾਠ ਮੈਂ ਕਰ ਰਹੀ ਹਾਂ, ਔਰ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ, ਜਦਕਿ ਪਾਠ ਤਾਂ ਜਪਜੀ ਸਾਹਿਬ ਦਾ ਹੈ ਔਰ ਈਜ਼ੀ ਪਾਠ ਹੈ, ਸਭ ਨੂੰ ਆਉਂਦਾ ਹੈ, ਲੇਕਿਨ ਮੈਂ ਦੇਖਿਆ ਕਿ ਮੈਂ ਗੁਟਕਾ ਲੈਣ ਦੇ ਬਾਵਜੂਦ ਵੀ ਮੈਂ ਇੱਕ ਪੰਕਤੀ ਤੋਂ ਅੱਗੇ ਨਹੀਂ ਸੀ ਵਧ ਰਹੀ। ਫਿਰ ਮੈਂ ਉਸ ਪਾਠ ਦੇ ਉੱਤੇ ਜਾ ਕੇ ਧੀਰੇ ਧੀਰੇ ਉਂਗਲੀ ਰੱਖ ਕੇ ਸ਼ੁਰੂ ਕੀਤਾ ਕਿ ਯਸ, ਇਹ ਪਾਠ ਹੈ। ਤਾਂ ਮੈਂ ਦੇਖਿਆ ਕਿ ਜਿਹੜੀ ਪੰਕਤੀ ਦੇ ਉੱਤੇ ਮੈਂ ਅਟਕ ਰਹੀ ਸੀ, ਉਹ ਪੰਕਤੀ ਕਿਹੜੀ ਸੀ, ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨਵਾਏ। ਔਰ ਮੈਨੂੰ ਕੀ ਲੱਗ ਰਿਹਾ ਸੀ, ਉਹ ਆਦਮੀ ਮੈਨੂੰ ਧੋਖਾ ਦੇ ਕੇ ਗਿਆ ਹੈ, ਔਰ ਮੇਰੀ ਲਾਈਨ ਇਹਦੇ ਉੱਤੇ ਜਾ ਕੇ ਅਟਕ ਰਹੀ ਸੀ। ਜਿਸ ਤਰ੍ਹਾਂ ਹੀ ਮੈਂ ਦੇਖਿਆ ਕਿ ਮੇਰੀ ਲਾਈਨ ਇਸ ਦੇ ਉੱਤੇ ਜਾ ਕੇ ਅਟਕ ਰਹੀ ਹੈ ਔਰ ਮੇਰਾ ਜਪਜੀ ਸਾਹਿਬ ਪੂਰਾ ਨਹੀਂ ਹੋ ਰਿਹਾ, ਤਾਂ ਮੈਂ ਬੈਠ ਕੇ ਸੋਚਿਆ ਕਿ ਗੁਰੂ ਸਾਹਿਬ ਮੈਨੂੰ ਕੀ ਕਹਿਣਾ ਚਾਹ ਰਹੇ ਨੇ। ਤਾਂ ਤੁਰੰਤ ਕਲਿੱਕ ਹੋਇਆ ਕਿ ਮੇਰੀਆਂ ਇਮੋਸ਼ਨਸ ਦੇ ਵਿੱਚ ਕੁਝ ਗਲਤੀ ਹੈ, ਜੋ ਮੈਂ ਫੀਲ ਕਰ ਰਹੀ ਹਾਂ ਉਸ ਫੀਲਿੰਗ ਦੇ ਵਿੱਚ ਕੁਝ ਮਿਸਟੇਕ ਹੈ। ਤਾਂ ਆਪਣੀ ਫੀਲਿੰਗ ਨੂੰ ਚੇਂਜ ਕਰਨਾ ਸਿੱਖਿਆ। ਗੱਲ ਇੱਥੇ ਹੀ ਖਤਮ ਨਹੀਂ ਹੋਈ, क्योंकि फीलिंग नो चेंज करने का प्रोसेस समझ आ गया कि कुछ तो मेरे अंदर ऐसा है जो बदलना चाह रहा है। ਇਹ ਉਸ ਟਾਈਮ ਦੀ ਗੱਲ ਹੈ ਜਦੋਂ ਕਿ ਮੇਰੇ ਕੋਲ ਕੋਈ ਨੌਲੇਜ ਨਹੀਂ ਸੀ। ਹਾਂ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜ਼ਰੂਰ ਮੈਂ ਰਿਲੇਟਡ ਸੀਗੀ, ਉਹਨਾਂ ਦੇ ਨਾਲ ਮੈਂ ਟੱਚ ਦੇ ਵਿੱਚ ਸੀਗੀ, ਬਾਕੀ ਕੋਈ ਇਸ ਤਰ੍ਹਾਂ ਦੀ ਕੋਈ ਬੁੱਕ ਜਾਂ ਕੁਝ ਇਸ ਤਰ੍ਹਾਂ ਦਾ ਕੁਝ ਨਹੀਂ ਸੀ। ਲੇਕਿਨ ਕੁਝ ਸਮੇਂ ਬਾਅਦ ਮੈਂ ਦੇਖਿਆ ਕਿ ਇੱਕ ਹੋਰ ਪਰਸਨ ਸਾਡੀ ਲਾਈਫ ਦੇ ਵਿੱਚ ਆਇਆ, ਜਿਸ ਦੇ ਨਾਲ ਅਸੀਂ ਪੂਰਾ ਪਾਠ ਕਰਕੇ, ਸਾਰਾ ਕੁਝ ਕਰਕੇ, ਸਭ ਤਰੀਕੇ ਦੇ ਨਾਲ, ਅੱਛੇ ਤਰੀਕੇ ਦੇ ਨਾਲ ਅਸੀਂ ਉਹਦੇ ਨਾਲ ਬਿਜ਼ਨਸ ਡੀਲ ਸ਼ੁਰੂ ਕੀਤੀ, ਔਰ ਸਾਡੀ ਪੂਰੀ ਦੀ ਪੂਰੀ ਪ੍ਰਾਪਰਟੀ ਜੋ ਵੀ ਸਾਡੀ ਸੇਵਿੰਗ ਸੀਗੀਆਂ ਉਸ ਬੰਦੇ ਨੇ ਲਈਆਂ, ਔਰ ਉਸ ਬੰਦੇ ਨੇ ਸਾਨੂੰ ਵਾਪਿਸ ਨਹੀਂ ਕੀਤੀਆਂ, ਔਰ ਅਸੀਂ ਪੈਸਾ ਸਭ ਜੋ ਵੀ ਸੀਗਾ ਸਾਡਾ ਖਤਮ ਹੋ ਗਿਆ। ਫਿਰ ਉਹੀ ਚੀਜ਼ ਰੋਟੇਟ ਸ਼ੁਰੂ ਹੋ ਗਈ ਕਿ ਬਾਬਾ ਜੀ ਫਿਰ ਮੇਰੇ ਨਾਲ, ਹੁਣ ਤਾਂ ਤੁਸੀਂ ਉਸ ਟਾਈਮ ਦੇ ਉੱਤੇ ਸੀਗੇ ਜਦੋਂ ਅਸੀਂ ਇਸ ਬੰਦੇ ਦੇ ਨਾਲ ਡੀਲ ਕੀਤੀ, ਤਾਂ ਪੂਰੇ ਅਖੰਡ ਸਾਹਿਬ ਪਾਠ ਰਖਵਾਏ ਗਏ ਪੂਰਾ ਅੱਛੇ ਤਰੀਕੇ ਦੇ ਨਾਲ। ਫਿਰ ਵੀ ਇਹ ਸੀਨ ਹੋ ਗਿਆ, ਕਿਉਂ ਕਿਉਂ? ਤਾਂ ਸਵਾਲ ਪੁੱਛਣਾ ਸ਼ੁਰੂ ਹੋਇਆ, ਕਿਉਂ ਕਿਉਂ ਕਿਉਂ? ਕਿਉਂਕਿ ਅੰਦਰ ਬੈਡ એનર્ਜੀ ਅੰਦਰੋਂ ਆ ਰਹੀਆਂ ਸੀ, ਧੋਖੇ ਦੀ ਫੀਲਿੰਗ ਆ ਰਹੀ ਸੀ ਕਿ ਬਾਬਾ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਇਹ ਆਦਮੀ ਮੈਨੂੰ ਧੋਖਾ ਦੇ ਕੇ ਚਲਾ ਗਿਆ, ਤੁਹਾਡੀ ਹਜ਼ੂਰੀ ਦੇ ਵਿੱਚ ਇਸ ਬੰਦੇ ਦੇ ਨਾਲ ਅਸੀਂ ਬਿਜ਼ਨਸ ਡੀਲ ਸ਼ੁਰੂ ਕੀਤੀ, ਪੂਰੀ ਜਮਾ ਪੂੰਜੀਆਂ ਨੂੰ ਦੇਤੀ, ਔਰ ਇਹ ਬੰਦਾ ਬਿਜ਼ਨਸ ਛੋੜ ਕੇ ਚਲਾ ਗਿਆ। ਯਕੀਨ ਕਰੋਗੇ ਕੁਝ ਟਾਈਮ ਤੋਂ ਬਾਅਦ, ਜਦਕਿ ਇਹ ਅੰਦਰ ਕਸ਼ਮਕਸ਼ ਸੰਘਰਸ਼, ਕਿਉਂਕਿ એનર્ਜੀ ਦੀ ਰੋਟੇਸ਼ਨ ਤਾਂ ਚੱਲ ਰਹੀ ਹੈ ਨਾ, तो ਇਹ ਸੀਨ ਚੱਲਦੇ ਰਹੇ, ਔਰ ਇੱਕ ਟਾਈਮ ਐਸਾ ਆਇਆ ਕਿ ਸਾਡੀ ਦੁਕਾਨ ਜਿਹੜੀ ਹੈ ਬੰਬੇ ਦੇ ਵਿੱਚ ਫਲੱਡ ਆ ਗਿਆ, ਔਰ ਸਾਡੀ ਦੁਕਾਨ ਜਿਸ ਦਿਨ ਅਸੀਂ ਉਹਨੂੰ ਕੰਪਲੀਟ ਕੀਤਾ, ਪੂਰੀ ਦੁਕਾਨ ਅਸੀਂ ਸੈਟਅਪ ਕਰਨ ਤੋਂ ਬਾਅਦ ਕਿ ਅਸੀਂ ਨੈਕਸਟ ਡੇ ਅਸੀਂ ਆਪਣੀ ਦੁਕਾਨ ਦੀ ਓਪਨਿੰਗ ਕਰਨੀ ਸੀ, ਉਸੇ ਰਾਤ ਇਤਨੀ ਬਾਰਿਸ਼ ਆਈ ਕਿ ਪੂਰਾ ਬੰਬੇ ਪਾਣੀ ਦੇ ਵਿੱਚ ਭਰ ਗਿਆ, ਸਾਡੀ ਦੁਕਾਨ ਪਾਣੀ ਦੇ ਵਿੱਚ ਭਰ ਗਈ, ਔਰ ਸਾਰਾ ਦਾ ਸਾਰਾ ਲਾਸ ਹੋ ਗਿਆ ਸਾਨੂੰ। ਜਦੋਂ ਉਹ ਲਾਸ ਹੋਇਆ, ਉਦੋਂ ਫਿਰ ਮੇਰੇ ਮਨ ਨੇ ਜਿਹਨੂੰ ਕਹਿੰਦੇ ਨਾ ਕਿ ਪਲਟਾ ਖਾਦਾ ਕਿ ਅਰੇ ਬਾਪ ਰੇ, ਹੁਣ ਮੈਂ ਕਿਹਨੂੰ ਦੁੱਖ ਦਿਆਂ, ਹੁਣ ਮੈਂ ਕਿਹਨੂੰ ਜਵਾਬ ਦਿਆਂ, ਹੁਣ ਕੌਣ ਹੈ ਜਿਸ ਨੂੰ ਮੈਂ ਸ਼ਿਕਾਇਤ ਲਗਾਵਾਂ? ਕਿ ਮੈਂ ਗੁਰੂ ਸਾਹਿਬ ਦੇ ਅੱਗੇ ਸ਼ਿਕਾਇਤ ਲਗਾਵਾਂ ਕਿ ਤੁਸੀਂ ਮੇਰੀ ਪ੍ਰਾਪਰਟੀ ਸਾਰੀ, ਮੇਰੀ ਜਮਾ ਪੂੰਜੀ ਖਰਾਬ, ਤੁਸੀਂ ਮੈਨੂੰ ਧੋਖਾ ਦੇ ਦਿੱਤਾ? ਨਹੀਂ, ਕਿਉਂਕਿ ਮੇਰੇ ਵਰਗੇ ਕਿਤਨੇ ਹੀ ਲੋਕ ਸੀ ਉਸ ਟਾਈਮ ਜਿਹੜੇ ਇਸ ਕੰਡੀਸ਼ਨ ਦੇ ਵਿੱਚ ਫਸ ਗਏ। ਉਦੋਂ ਫਿਰ ਸੋਚਣਾ ਸ਼ੁਰੂ ਹੋਇਆ ਕਿ ਨਹੀਂ, ਇਸ ਚੀਜ਼ ਨੂੰ ਪਿਆਰ ਕਰਨਾ ਹੈ, ਉਸ ਬੰਦੇ ਨੂੰ ਵੀ ਪਿਆਰ ਕਰਨਾ ਹੈ। ਤਾਂ ਉਦੋਂ ਫਿਰ ਇੱਕ ਅਲੱਗ એનર્ਜੀ, ਅਲੱਗ ਇੱਕ ਫਾਰਮੂਲਾ ਕਹਿ ਲਓ ਜਾਂ ਬੁਰੇ ਦਾ ਭਲਾ ਕਰ, ਇਹੋ ਜਿਹੀਆਂ ਪੰਕਤੀਆਂ ਗੁਰੂ ਸਾਹਿਬ ਵੱਲੋਂ ਆਉਣੀਆਂ ਸ਼ੁਰੂ ਹੋ ਗਈਆਂ, ਔਰ ਆਪਣੀ એનર્ਜੀ ਨੂੰ ਉਸੇ ਟਾਈਮ ਦੇ ਉੱਤੇ ਚੇਂਜ ਕਰਨਾ ਸ਼ੁਰੂ ਕਰਤਾ। ਯਾਨੀ ਜਿਹੜੀ ਨੈਗੇਟਿਵ એનર્ਜੀ ਮੇਰੇ ਅੰਦਰ
ਕ੍ਰੀਏਟ ਹੋ ਰਹੀ ਸੀ, ਉਸ એનર્ਜੀ ਨੂੰ ਮੈਂ ਲਵ એનર્ਜੀ ਦੇ ਵਿੱਚ ਚੇਂਜ ਕਰਨਾ ਸ਼ੁਰੂ ਕਰ ਦਿੱਤਾ। ਕੰਮ ਥੋੜਾ ਡਿਫਿਕਲਟ ਸੀ, ਲੇਕਿਨ ਧੀਰੇ 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 ਇੱਕ ਟਾਈਮ ਐਸਾ ਆ ਗਿਆ ਕਿ ਉਹ ਕੰਮ ਆਟੋਮੈਟਿਕਲੀ ਹੋਣਾ ਸ਼ੁਰੂ ਹੋ ਗਿਆ। तो कहने का भाव ਇਹ ਹੈ ਕਿ ਅਗਰ ਸਾਡੇ ਕੋਲ ਕੁਝ ਵੀ ਨੈਗੇਟਿਵ ਚੀਜ਼ਾਂ ਹੋ ਰਹੀਆਂ ਨੇ ਤੇ ਅਸੀਂ उस एनर्जी ਨੂੰ ट्रांसफॉर्म ਕਰਨ ਦੇ ਬਾਰੇ ਸੋਚਣਾ ਹੈ, ਨਾ ਅਸੀਂ ਘਟਨਾ ਨੂੰ ट्रांसफॉर्म करना है, ना ਅਸੀਂ ਲੋਕਾਂ ਨੂੰ ट्रांसफॉर्म करना है, अपना बेशर्त प्रेम देना है। क्यों? परमात्मा दी एनर्जी, ब्रह्मा विष्णु महेश दी एनर्जी ਜਿਹੜੀ ਹੈ ਉਹ ਚੱਲ ਰਹੀ ਹੈ, ਬਾਕੀ ਦਾ ਕੰਮ ਉਸ ਕੁਦਰਤ ਨੇ ਕਰਨਾ ਹੈ। ਕੁਦਰਤ ਦੇ ਕੰਮ ਕਰਨ ਦਾ ਆਪਣਾ ਤਰੀਕਾ ਹੈ, ਅਸੀਂ ਸਿਰਫ ਆਪਣੀ એનર્ਜੀ ਨੂੰ ਇੱਕ ਪੁਆਇੰਟ ਦੇ ਉੱਤੇ ਲੈ ਕੇ ਚਲੇ ਜਾਣਾ ਜਿੱਥੋਂ ਉਹ ट्रांसफॉर्म ਹੋ ਜਾਂਦੀ ਹੈ। ਪਾਣੀ ਜਦੋਂ 100 ਸੈਂਟੀਗ੍ਰੇਡ ਉਬਲਦਾ ਹੈ ਉਸ ਤੋਂ ਬਾਅਦ ਹੀ ਭਾਫ ਬਣਦਾ ਹੈ, ਔਰ ਫਿਰ ਉਹੀ ਭਾਫ ਦੁਬਾਰਾ ਬੱਦਲ ਬਣਦੀ ਹੈ, ਫਿਰ ਬੱਦਲ ਬਣ ਕੇ ਬਾਰਿਸ਼ ਬਣ ਕੇ ਆ ਜਾਂਦੀ ਹੈ। ਅਸੀਂ ਕੱਲ ਮਾਲਾ ਦਾ ਐਗਜ਼ਾਮਪਲ ਲਿਆ ਸੀ, ਇਹ ਅਸੀਂ ਮਾਲਾ ਦੇਖਦੇ ਹਾਂ ਕਿ ਸਾਰਿਆਂ ਦੇ ਕੋਲ ਜਾਪ ਵਾਸਤੇ ਇਹ ਸਿਮਰਨਾ ਹੁੰਦਾ ਹੈ। 108 ਦੀ ਮਾਲਾ ਹੁੰਦੀ ਹੈ। ਹੁਣ 108 ਦੀ ਗਿਣਤੀ ਦਾ ਤਾਂ ਖੈਰ ਅੱਜ ਦੀ ਡੇਟ 'ਚ ਮੈਨੂੰ ਨੌਲੇਜ ਨਹੀਂ ਹੈ, ਮਤਲਬ ਮੇਰੀ ਪ੍ਰੈਕਟੀਕਲ ਨੌਲੇਜ ਨਹੀਂ ਹੈ, ਕਿਉਂਕਿ ਇੱਥੇ ਮੈਂ ਜੋ ਕੁਝ ਵੀ ਸ਼ੇਅਰ ਕਰ ਰਹੀ ਹਾਂ, ਜੋ ਮੈਂ ਮਹਿਸੂਸ ਕਰਦੀ ਹਾਂ, ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਫੀਲ ਕੀਤਾ, ਅਸੀਂ ਉਸ ਦੇ ਬਾਰੇ ਗੱਲ ਕਰ ਰਹੇ ਹਾਂ। ਤੋ ਇਹ ਜਦੋਂ ਮਾਲਾ ਫੇਰੀ ਦੀ ਸੀ, ਇਹ 108 ਅਗਰ ਮੈਂ ਜਾਪ ਕਰਨ ਤੋਂ ਬਾਅਦ ਮੈਂ ਇਸ ਜਗ੍ਹਾ ਦੇ ਉੱਤੇ ਪਹੁੰਚ ਗਈ ਤੇ ਇੱਥੇ ਸਾਨੂੰ, ਮੈਂ ਕੱਲ ਵੀ ਜਿਸ ਤਰ੍ਹਾਂ ਸ਼ੇਅਰ ਕੀਤਾ ਸੀ, ਇੱਥੇ ਇਹ ਹੁਕਮ ਨਹੀਂ ਹੈ ਕਿ ਇਹਨੂੰ ਮੈਂ ਇਸ ਤਰੀਕੇ ਨਾਲ ਹੀ ਇੱਥੇ ਚਲੀ ਜਾਣਾ। ਇਹਨੂੰ ਮੈਂ ਮਾਲਾ ਨੂੰ ਫੋਲਡ ਕਰਾਂਗੀ, ਮਤਲਬ ਉਲਟਾ ਕਰਾਂਗੀ, ਫਿਰ ਇੱਥੋਂ ਮੈਂ ਰੋਟੇਟ ਕਰਨਾ ਸ਼ੁਰੂ ਕਰਾਂਗੀ, ਆਪਣਾ ਜਾਪ ਸ਼ੁਰੂ ਕਰਾਂਗੀ। ਹੁਣ ਇੱਥੇ ਮੈਂ ਕਿਉਂ ਨਹੀਂ ਜਾਣਾ? ਇਹ ਚੀਜ਼ ਦੇ ਬਾਰੇ ਮੈਂ ਬਹੁਤ ਸੋਚਦੀ ਹੁੰਦੀ ਸੀ ਕਿ ਮੈਂ ਇੱਥੋਂ ਕਿਉਂ ਨਹੀਂ ਇਸ ਤਰ੍ਹਾਂ ਜਾ ਸਕਦੀ, ਮੈਨੂੰ ਇੱਥੋਂ ਹੀ ਮੁੜਨ ਨੂੰ ਕਿਉਂ ਕਿਹਾ ਗਿਆ। ਇੱਥੇ ਅਗਰ ਤੁਸੀਂ ਦੇਖਿਆ ਹੋਏਗਾ ਤੇ ਇੱਥੇ ਇੱਕ ਸਿੰਗਲ ਚੀਜ਼ ਹੈ, ਇਹ ਦੋ ਚੀਜ਼ਾਂ ਨੇ, ਇੱਕ ਰਾਉਂਡ ਹੈ, ਇੱਕ ਸਰਕਲ ਹੈ। ਇਸ ਸਰਕਲ ਦੇ ਵਿੱਚ ਫਿਰ ਇੱਕ ਦੋਨਾਂ ਨੂੰ ਉਹਨੇ ਇੱਕ ਕਰ ਦਿੱਤਾ ਹੈ, ਔਰ ਇੱਕ ਤੋਂ ਬਾਅਦ ਇਹ ਚੀਜ਼ ਹੈ ਜਿਹੜੀ ਕਿ ਪੂਰੀ ਦੀ ਪੂਰੀ ਫੈਲੀ ਹੋਈ ਹੈ। ਯਾਨੀ ਇੱਥੋਂ ਤੱਕ ਮੇਰੇ ਹੱਥ ਦੇ ਵਿੱਚ ਹੈ ਬ੍ਰਹਮਾ ਵਿਸ਼ਨੂੰ ਮਹੇਸ਼। ਨੈਗੇਟਿਵ એનર્ਜੀ ਮੇਰੇ ਅੰਦਰ ਬਣ ਰਹੀ ਹੈ। ब्रह्मा विष्णु महेश अगर मैं कह दईए, वो क्रिएटर, ऑपरेटर और डिस्ट्रॉयर। अगर ਜਿਹੜੀਆਂ ਮੇਰੀਆਂ ਇਮੋਸ਼ਨਸ ਅੰਦਰ ਚੇਂਜ ਹੋ ਰਹੀਆਂ ਨੇ ਆਟੋਮੈਟਿਕਲੀ, ਜਦੋਂ ਮੈਂ ਆਪਣਾ ਐਗਜ਼ਾਮਪਲ ਦਿੱਤਾ ਕਿ ਉਸ ਜਿਹੜਾ ਕਿ ਮੇਰੇ ਅੰਦਰ ਨੈਗੇਟਿਵ એનર્ਜੀ ਪੈਸੇ ਨੂੰ ਲੈ ਕੇ ਕਿ ਉਸਨੇ ਚੀਟ ਕਰ ਦਿੱਤਾ, ਧੋਖਾ ਕਰ ਦਿੱਤਾ, ਚਲਦੀ ਚਲੀ ਆ ਰਹੀ ਸੀ। ਫਿਰ ਜਦੋਂ ਪਾਣੀ ਦੇ ਨਾਲ, ਫਲੱਡ ਆਉਣ ਦੇ ਨਾਲ ਸਾਡਾ ਪੂਰਾ ਦਾ ਪੂਰਾ ਬਾਕੀ ਦੇ ਜਿਹੜੇ ਪੈਸੇ ਸੀਗੇ ਖਤਮ ਹੋ ਗਏ, ਤਾਂ ਮੈਂ ਸੋਚਣ ਤੇ ਮਜਬੂਰ ਹੋ ਗਈ ਕਿ ਐਕਚੁਅਲੀ ਪਰਮਾਤਮਾ ਕੀ ਕਹਿਣਾ ਚਾਹ ਰਿਹਾ ਹੈ। ਉਹ ਮੇਰੀ એનર્ਜੀ ਨੂੰ ਚੇਂਜ ਕਰਨਾ ਚਾਹ ਰਿਹਾ ਸੀ, ਯਾਨੀ ਸਭ ਕੁਝ ਖਤਮ ਹੋ ਗਿਆ, ਡਿਸਟਰੋਏ, ਜ਼ੀਰੋ ਸਟੇਟ ਤੋਂ ਸਟਾਰਟ ਕਰਨਾ, ਜ਼ੀਰੋ ਤੋਂ ਸਟਾਰਟ ਕਰਨਾ। ਜ਼ੀਰੋ ਤੋਂ ਸਟਾਰਟ ਕਰਨ ਤੋਂ ਬਾਅਦ ਫਿਰ ਮੇਰੀਆਂ ਇਮੋਸ਼ਨਸ ਦੇ ਵਿੱਚ ਜੋ ਟਰਾਂਸਫਾਰਮਿੰਗ ਹੋਏਗੀ ਉਹ ਮੈਂ ਨਹੀਂ ਕਰਨੀ। ਜਦ ਮੈਂ ਬਿਲਕੁਲ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਕਿ ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ ਬਾਬਾ ਜੀ, ਸਭ ਕੁਝ ਖਤਮ ਹੋ ਗਿਆ। ਅਸੀਂ ਕਹਿੰਦੇ ਕਿ ਜਦੋਂ ਇਹ ਗੱਲ ਅਸੀਂ ਬਹੁਤ ਵਾਰੀ ਸੁਣੀ ਹੋਈ ਕਿ ਜਦੋਂ ਅਸੀਂ ਦੇਖਨੇ ਕਿ ਸਾਡੇ ਕੋਲ ਸਭ ਕੁਝ ਖਤਮ ਹੋ ਗਿਆ, ਹੁਣ ਬਸ ਕੁਝ ਵੀ ਨਹੀਂ ਬਚਿਆ, ਅਚਾਨਕ ਇੱਕ ਆਸ਼ਾ ਦੀ ਕਿਰਨ ਸਾਨੂੰ ਦਿਖਾਈ ਦਿੰਦੀ ਹੈ, ਔਰ ਉਹ ਛੋਟੀ ਜਿਹੀ ਆਸ਼ਾ ਦੀ ਕਿਰਨ ਨਾਲ ਸਾਡੇ ਰੁਕੇ ਰੁਕਾਏ ਕੰਮ ਹੋ ਜਾਂਦੇ ਨੇ। ਕਿਸ ਤਰ੍ਹਾਂ ਹੁੰਦੇ ਨੇ? ਕਿਉਂਕਿ ਜਿਹੜੀ ਮੇਰੇ ਅੰਦਰ ਨੈਗੇਟਿਵ એનર્ਜੀ ਸੀ, ਉਹ ਨੈਗੇਟਿਵਿਟੀ ਇੱਕ ਹੱਦ ਤੱਕ ਆ ਕੇ ਡਿਸਟਰੋਏ ਹੋ ਗਈ, ਖਤਮ ਹੋ ਗਈ। ਫਿਰ ਡਿਸਟਰਕਸ਼ਨ ਦੀ ਵੀ ਮੇਰੇ ਅੰਦਰ ਤਾਕਤ ਨਹੀਂ ਰਹੀ। ਮੇਰੇ ਅੰਦਰ ਜਿਹੜੀ એનર્ਜੀ ਸੀ ਉਹ ਡਿਸਟਰਕਸ਼ਨ ਕਰਨ ਦੀ ਤਾਕਤ ਵੀ ਉਹਦੇ ਅੰਦਰ ਸਮਾਪਤ ਹੋ ਗਈ। ਉਸ ਤੋਂ ਬਾਅਦ ਇੱਕ ਨਈ ਕ੍ਰੀਏਸ਼ਨ ਸ਼ੁਰੂ ਹੁੰਦੀ ਹੈ ਜੋ ਕਿ ਮੈਂ ਨਹੀਂ ਕਰਦੀ, ਉਹ ਆਟੋਮੈਟਿਕਲੀ ਕੁਦਰਤ ਦੇ ਦੁਆਰਾ ਆਟੋਮੈਟਿਕਲੀ ਆਪਣੇ ਆਪ ਹੋ ਜਾਂਦੀ ਹੈ। ਫਿਰ ਉਹ એનર્ਜੀ ਮੇਰੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਫਿਰ ਮੈਨੂੰ ਕੁਝ ਕਰਨਾ ਨਹੀਂ ਪੈਂਦਾ, ਉਹ એનર્ਜੀ ਆਟੋਮੈਟਿਕਲੀ ਮੇਰੇ ਲਈ ਕੰਮ ਕਰਦੀ ਹੈ। ਫਿਰ ਮੇਰਾ ਕੰਮ ਹੈ ਤੁਰੰਤ ਇਸ ਲਵ એનર્ਜੀ ਨੂੰ, ਜਿਹੜਾ ਕਹਿੰਦੇ ਨੇ ਕਿ ਸਰਕਲ ਹੈ, ਇਹ ਜਿਹੜਾ ਸਰਕਲ ਹੈ, सृष्टि का चक्कर है, काल चक्र जो है वो ऑटोमेटिकली चलता रहता है। तो ये जिसने भी माला का सिस्टम बनाया होएगा उसने जरूरी इन तीन एनर्जीज ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਮਾਲਾ ਦਾ ਸਿਸਟਮ, ਮਾਲਾ ਸਾਨੂੰ ਦਿੱਤੀ ਹੋਏਗੀ, ਸਿੰਬਲ ਦਿੱਤਾ ਹੋਏਗਾ ਕਿ ਅਸੀਂ ਮਾਲਾ ਨੂੰ ਕਰਦੇ 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 ਕਿਸੇ ਦਿਨ ਤਾਂ ਸਾਡੇ ਦਿਮਾਗ 'ਚ ਆਏਗਾ ਕਿ ਮੈਂ ਕ੍ਰਾਸ ਕਿਉਂ ਨਹੀਂ ਕਰਨਾ, किस तरीके ਨਾਲ मैं अपनी, क्योंकि माला जो मैं करांगी वाहिगुरु 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 बोलांगी तो ऑटोमेटिकली मेरी जड़ी अंदर दी हेट्रेड है, नफरत है, गुस्सा है, गिला है, वो ऑटोमेटिकली धीरे धीरे शांत होंदा चला जाएगा। शायद 108 अवस्थावां होण जिदे नाल वो एनर्जी जड़ी मेरी है प्योर हुंदे 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 ट्रांसफॉर्म होने लई तैयार हो जाएगी। तो हो सकता है पैटर्न, तो असी करना सिर्फ ऐ है कि असी अपने अंदरों मेरी लव एनर्जी किस तरीके ना रिलीज हो रही है, बस उस चीज को देखना है और उस
ਜਿਹੜੀ ਮੇਰੇ ਅੰਦਰੋਂ ਲਵ એનર્ਜੀ ਰਿਲੀਜ਼ ਹੋਈ, ਕਿਉਂਕਿ ਜਿਸ ਦਿਨ ਮੈਨੂੰ ਇਸ ਚੀਜ਼ ਦੀ ਸਮਝ ਆਈ, ਇੱਕ ਇਹ ਉਹ ਅਵਸਥਾ ਸੀ ਜਿਹਨੂੰ ਕਹਿੰਦੇ ਨਾ ਕਬੀਰ ਜੀ, ਕਿ ਗੁੰਗੇ ਨੇ ਗੁੜ ਖਾ ਲਿਆ ਤੇ ਉਹ ਕੀ ਦੱਸੇਗਾ, ਉਹਦੇ ਲਈ ਕੋਈ ਐਕਸਪ੍ਰੈਸ਼ਨਸ ਨਹੀਂ ਹੈ, ਉਹ ਕੁਝ ਨਹੀਂ ਦੱਸ ਸਕਦਾ। ਵਨਨੈਸ ਦੇ ਵਿੱਚ ਅਗਰ ਅਸੀਂ ਉਸ ਅਕਾਲ ਪੁਰਖ ਦੇ ਵਿੱਚ ਹੀ ਚਲੇ ਗਏ ਤੇ ਫਿਰ ਕੀ ਦੱਸਾਂਗੇ। ਮਸਕੀਨ ਜੀ ਜਿਸ ਤਰ੍ਹਾਂ ਕਹਿੰਦੇ ਸੀ ਕਿ ਅਗਰ ਨਮਕ ਦੀ ਡਲੀ ਪਤਾ ਕਰਨ ਗਈ ਕਿ ਪਰਮਾਤਮਾ ਕਿਸ ਤਰ੍ਹਾਂ ਦਾ ਹੈ, ਔਰ ਉਹਨੂੰ ਉਸੇ ਸਮੁੰਦਰ ਦੇ ਵਿੱਚ ਚਲੀ ਗਈ, ਤੇ ਸਮੁੰਦਰ ਦੇ ਵਿੱਚ ਖੁਰੀ ਗਈ, ਵਾਪਸ ਨਹੀਂ ਆਏਗੀ ਦੱਸਣ ਵਾਸਤੇ, ਉਹ ਵਾਪਸ ਨਹੀਂ ਆਏਗੀ, ਉਹ ਤਾਂ ਖੁਰ ਗਈ, ਉਹ ਤਾਂ ਖਤਮ ਹੋ ਗਈ, ਉਹਦੇ 'ਚ ਲੀਨ ਹੋ ਗਈ, ਉਹਦੇ 'ਚ ਵੀ ਲੀਨ ਹੋ ਗਈ, ਉਹਦੇ ਵਰਗੀ ਹੀ ਬਣ ਗਈ, ਜਿੱਥੋਂ ਨਿਕਲੀ ਸੀ ਉਹਦੇ ਅੰਦਰ ਹੀ ਵਿਲੀਨ ਹੋ ਗਈ। ਤਾਂ ਬਸ ਇਸ ਫੀਲਿੰਗ ਨੂੰ ਫਿਰ ਅਸੀਂ ਇੰਜੋਏ ਕਰਨਾ ਹੈ। ਹੁਣ ਇਸ ਪੂਰੇ ਹਫਤੇ ਅਸੀਂ ਕੀ ਕਰਨ ਵਾਲੇ ਆ, ਇਸ ਵਨਨੈਸ ਦੀ ਫੀਲਿੰਗ ਨੂੰ, ਜਿਹੜੀ ਕਿਸੇ ਸਾਹਮਣੇ ਵਾਲੇ ਦੇ ਨਾਲ ਅਸੀਂ ਕਰ ਰਹੇ ਹਾਂ, ਕਿਸੇ ਖਾਸ ਪਰਸਨ ਦੇ ਨਾਲ, ਇਸ એનર્ਜੀ ਦਾ ਜਿਹੜਾ ਅਸੀਂ ਐਕਸਚੇਂਜ ਕਰਨਾ ਹੈ। ਸਾਹਮਣੇ ਵਾਲੋਂ ਜਿਹੜੀ ਮਰਜ਼ੀ એનર્ਜੀ ਆ ਰਹੀ ਹੋਏ, ਧੋਖੇ ਦੀ, द्वेष ਦੀ, ਲੜਾਈ ਝਗੜੇ ਦੀ, XYZ ਜਿਹੜੀ ਮਰਜ਼ੀ, ਲੇਕਿਨ ਮੈਂ ਆਪਣੇ ਅੰਦਰੋਂ ਲਵ એનર્ਜੀ ਨੂੰ ਹੀ ਐਕਸਚੇਂਜ ਕਰਨਾ ਹੈ। ਮੈਂ ਆਪਣੇ ਅੰਦਰ ਲਵ એનર્ਜੀ ਨੂੰ ਹੀ ਐਕਸਚੇਂਜ ਕਰਨਾ ਹੈ। ਮੇਰਾ ਜਿਹੜਾ ਆਦਾਨ ਪ੍ਰਦਾਨ ਹੋਣ ਵਾਲਾ ਹੈ ਉਹ ਲਵ એનર્ਜੀ ਦੇ ਨਾਲ ਹੀ ਹੋਣ ਵਾਲਾ ਹੈ, ਔਰ ਇਸੇ ਵਨਨੈਸ ਦੀ ਫੀਲਿੰਗ ਨੂੰ ਮੈਂ ਇੰਜੋਏ ਕਰਨਾ ਹੈ ਆਪਣੇ ਹੀ ਅੰਦਰ ਜਾ ਕੇ। ਅਸੀਂ ਉਸ ਪਿਆਰ ਨੂੰ ਜਦੋਂ ਅਸੀਂ ਲਵ એનર્ਜੀ ਦਾ ਐਕਸਚੇਂਜ ਕਰਾਂਗੇ ਤੇ ਅਸੀਂ ਉਸ ਲਵ એનર્ਜੀ ਨੂੰ ਮਹਿਸੂਸ ਕਰਾਂਗੇ ਹੀ। ਕਿਉਂ? ਇਹ ਬਿਲਕੁਲ ਇੰਪੋਸੀਬਲ ਹੈ ਕਿ ਅਸੀਂ ਬਾਰਿਸ਼ ਦੇ ਵਿੱਚ ਜਾਈਏ ਔਰ ਕਹੀਏ ਕਿ ਮੈਂ ਗਿੱਲੀ ਨਹੀਂ ਹੋਈ। ਮੈਂ ਧੁੱਪ ਦੇ ਵਿੱਚ ਜਾਵਾਂ ਔਰ ਕਹਾਂ ਕਿ ਸੂਰਜ ਦੀ ਕਿਰਨ ਮੇਰੇ ਉੱਤੇ ਨਹੀਂ ਪੈ ਰਹੀ। ਹਾਂ, ਮੈਂ ਅਗਰ ਘਰ ਦੇ ਅੰਦਰ ਖਿੜਕੀ ਦਰਵਾਜ਼ੇ ਬੰਦ ਕਰਕੇ ਬੈਠੀ ਹਾਂ ਤਾਂ ਹੋਰ ਹੈ, ਲੇਕਿਨ ਅਗਰ ਮੈਂ ਓਪਨ ਦੇ ਵਿੱਚ ਜਾ ਰਹੀ ਹਾਂ ਔਰ ਧੁੱਪ ਮੇਰੇ ਉੱਤੇ ਨਾ ਪਏ, ਬਾਰਿਸ਼ ਮੈਨੂੰ ਗਿੱਲਾ ਨਾ ਕਰੇ, ਇਹ ਕਦੀ ਪੋਸੀਬਲ ਹੀ ਨਹੀਂ ਹੈ, ਇਹ ਹੋ ਹੀ ਨਹੀਂ ਸਕਦਾ। ਤਾਂ ਫਿਰ ਜਦੋਂ ਅਸੀਂ ਯੂਨੀਫਾਈਡ ਉਸ ਏਕੇ ਦੇ ਨਾਲ ਆਪਣੇ ਆਪ ਨੂੰ ਜੁੜਾਓ ਮਹਿਸੂਸ ਕਰਾਂਗੇ, ਉਸ ਵਨਨੈਸ ਦੇ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਾਂਗੇ, ਤੇ ਉਸ ਲਵ એનર્ਜੀ ਨੂੰ, ਉਸ ਪਿਆਰ ਦੀ એનર્ਜੀ ਨੂੰ 100% ਫੀਲ ਕਰਨ ਹੀ ਵਾਲੇ ਹਾਂ, ਕੋਈ ਇਹਦੇ ਚ ਡਾਊਟ ਹੀ ਨਹੀਂ ਹੈ। ਤੋ ਹੁਣ ਇਹ ਜਿਹੜੇ ਫਾਰਮੂਲਾਸ ਜਿਹੜੇ ਸਾਨੂੰ ਦਿੱਤੇ ਗਏ ਨੇ, ਕ੍ਰੀਏਟਿੰਗ ਫਾਰਮੂਲਾਸ, ਇਹ ਸਾਨੂੰ ਇਹ ਦੱਸਣ ਵਾਸਤੇ ਨੇ ਕਿ ਸਾਡੇ ਅੰਦਰ ਜੋ ਇੱਕ ਨया ਪਿਆਰ ਦੀ ਇੱਕ ਨਈ ਡਾਇਮੈਂਸ਼ਨ ਸਾਡੇ ਵਾਸਤੇ ਖੋਲਣ ਵਾਲਾ ਹੈ। जीसस ताही ये गल कह पाए कि ईश्वर इनको क्षमा करो, ये नहीं जानते ये क्या कर रहे हैं। ये साडे वड्डे जो भी असी देख रहे हैं अपने सिखिज्म दे विच शहीदियां दे सरताज, तो ਇਹ ਕਿੱਥੋਂ ਕਰ ਪਾਏ? ਕਿਉਂਕਿ ਇਹ ਇਸ ਚੀਜ਼ ਨੂੰ ਸਮਝ ਰਹੇ ਸੀ, ਇਹਨਾਂ ਨੂੰ ਇਸ ਚੀਜ਼ ਦੀ ਨੌਲੇਜ ਸੀਗੀ, ਉਹ ਇਸ એનર્ਜੀ ਨੂੰ ਫੀਲ ਕਰ ਪਾ ਰਹੇ ਸੀ ਕਿ ਇਹ એનર્ਜੀ ਹੁਣ ਮੇਰੀ ਬੋਡੀ ਚੋਂ ਰਿਲੀਜ਼ ਹੋਣਾ ਚਾਹ ਰਹੀ ਹੈ। ਜਿਸ ਤਰ੍ਹਾਂ ਕਿ ਇਹ ਐਗਜ਼ਾਮਪਲ ਬਾਰ-ਬਾਰ ਦਿੱਤਾ ਜਾਂਦਾ ਹੈ ਕਿ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਉਹਨਾਂ ਨੇ ਸ਼ਹੀਦੀ ਦਿੱਤੀ, ਖੁਦ ਹੀ ਸ਼ਹੀਦੀ ਨਹੀਂ ਦਿੱਤੇ, ਬਾਕੀ ਦੇ ਵੀ ਜਿਹੜੇ ਸੀਗੇ ਉਹ ਵੀ ਸ਼ਹੀਦ ਕਿਸ ਤਰ੍ਹਾਂ ਹੋਏ। ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦੇ ਦਿੱਤੀ। એનર્ਜੀ ਐਕਸਚੇਂਜ ਦੀ ਗੱਲ ਚੱਲ ਰਹੀ ਹੈ ਇੱਥੇ ਕਿ ਉਹਨਾਂ ਨੇ ਸ਼ਹੀਦੀ ਦਿੱਤੀ, ਉਹਦੀ ਨਫ਼ਰਤ ਦੇ ਅੱਗੇ ਆਪਣੇ ਪਿਆਰ ਦੇ ਨਾਲ ਉਹਨੂੰ ਝੁਕਾ ਲਿਆ, है ना। मियां मीर जी ने भी सब कुछ समझाया, लेकिन वो अपनी ਉਹਦੇ ਵਿੱਚ ਹੀ ਰਹੇ, ਕਿਉਂਕਿ એનર્ਜੀ ਉਸ ਟਾਈਮ ਦੇ ਹਿਸਾਬ ਦੇ ਨਾਲ ਉਹ ਰਿਲੀਜ਼ ਕਰ ਰਹੇ ਸੀ। ਲੇਕਿਨ ਜਦੋਂ ਛੇਵੀਂ ਪਾਤਸ਼ਾਹ ਹੈ, ਕੁਝ ਨਹੀਂ ਮਿਟਿਆ, ਕੁਝ ਹੀ ਟਾਈਮ ਬਾਅਦ ਛੇਵੀਂ ਪਾਤਸ਼ਾਹ ਜੀ ਆ ਗਏ ਔਰ ਉਹਨਾਂ ਨੇ ਘੋੜੇ ਮੰਗਾਣੇ ਸ਼ੁਰੂ ਕਰਤੇ, ਲੜਾਈ ਦਾ ਸਮਾਨ ਸ਼ੁਰੂ ਕਰ ਦਿੱਤਾ, ਅਕਾਲ ਤਖਤ ਦੀ ਸਰਜਨਾ ਹੋ ਗਈ। ਤੇ ਇਹ ਸਾਰਾ ਕੀ ਹੋ ਰਿਹਾ ਸੀਗਾ? ਇੱਕ ਹੁਕਮ ਦੇ ਅੰਦਰ ਕਿ ਉਸ ਮੇਰੇ ਦੁਆਰਾ ਪ੍ਰੇਮ ਕਿਸ ਤਰੀਕੇ ਦੇ ਨਾਲ ਐਕਸਪ੍ਰੈਸ ਹੋਣਾ ਚਾਹ ਰਿਹਾ ਹੈ, क्योंकि यह कोई स्टैटिक फार्मूला नहीं है कि यस 2 और 2 4 ही है। यह लॉजिक माइंड मेरा कर सकता है कि 2 और 2 4 ही है। गुरु असी क्वेश्चन उठा सकते सी ना, गुरु तेग सॉरी छेवीं पातशाही गुरु हरगोबिंद साहिब कि जब मेरे बड़े अर्जन देव जी ने इतना सारा कुछ कर लिया है ना और शहीदी दे दी, तो ਮੈਨੂੰ ਵੀ ਉਸੇ ਪੂਰਨੇ ਤੇ ਚੱਲਣਾ ਚਾਹੀਦਾ। ਪਿਆਰ ਨੂੰ ਐਕਸਪ੍ਰੈਸ ਕਰਨ ਲਈ ਮੈਨੂੰ ਇਹੀ ਕੰਮ ਕਰਨਾ ਚਾਹੀਦਾ। ਮੈਨੂੰ ਘੋੜੇ ਲੈ ਕੇ ਔਰ ਇਹ ਸਾਰਾ ਕੁਝ ਲੜਾਈ ਦੇ ਮੈਦਾਨ 'ਚ ਉਤਰਨਾ ਨਹੀਂ ਚਾਹੀਦਾ, ਨਹੀਂ, ਕਿਉਂਕਿ ਮੇਰੇ ਦੁਆਰਾ ਇਹ ਲਵ એનર્ਜੀ ਕਿਸ ਤਰ੍ਹਾਂ ਐਕਸਪ੍ਰੈਸ ਹੋਣਾ ਚਾਹ ਰਹੀ ਹੈ, ਇਹ ਇੰਪੋਰਟੈਂਟ ਹੈ। ਲੇਕਿਨ ਗੁਰੂ ਉਹਨਾਂ ਨੇ ਮੁਗਲਾਂ ਦੇ ਨਾਲ ਦੁਸ਼ਮਣੀ ਨਹੀਂ ਸੀ ਕੀਤੀ, ਉਹਨਾਂ ਦੇ ਅੰਦਰ ਪਿਆਰ ਦੀ એનર્ਜੀ ਸੀ। ਅਗਰ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਉਠਾਈ ਹੈ ਤਾਂ ਉਹਨਾਂ ਨੇ ਤਲਵਾਰ ਨਹੀਂ ਉਠਾਈ, ਉਸ ਤਲਵਾਰ ਨੂੰ ਪਹਿਲੇ ਕਿਰਪਾਨ ਬਣਾਇਆ, ਫਿਰ ਉਸ ਨੂੰ ਕਿਰਪਾਨ ਨੂੰ ਉਠਾਇਆ। ਯਾਨੀ ਆਪਣੇ ਅੰਦਰ ਜਿਹੜੀ ਹੇਟਰੇਡ, ਗੁੱਸਾ, ਨਫ਼ਰਤ, ਇਹ ਫੀਲਿੰਗ ਨਹੀਂ ਸੀ ਉਹਨਾਂ ਦੀ, ਉਹਨਾਂ ਲਈ ਕਿਰਪਾ ਸੀਗੀ। ਉਹਨਾਂ ਨੇ ਦੂਸਰਿਆਂ ਦੀ ਹਿੱਤ ਕਰਨ ਲਈ ਕਿਰਪਾਨ ਨੂੰ ਉਠਾਇਆ, ਕਿਰਪਾ ਦਾ ਆਣਾ।
तो ਕਿਰਪਾ ਅਗਰ ਕਿਸ ਵੀ ਰੂਪ ਦੇ ਵਿੱਚ ਆ ਰਹੀ ਹੈ, ਇਹ ਮੇਰਾ ਪਰਸਨਲ ਹੈ, ਕਿਉਂਕਿ ਅਸੀਂ ਹਰ ਇੱਕ ਯੂਨੀਕ ਆ। ਅਸੀਂ ਕਿਸੇ ਦੀ ਕਾਪੀ ਨਹੀਂ ਕਰ ਸਕਦੇ ਕਿ ਅਗਰ ਸਾਹਮਣੇ ਵਾਲਾ ਬੰਦਾ ਕਰ ਰਿਹਾ ਤੇ ਮੈਨੂੰ ਵੀ ਇਹੀ ਕਰਨਾ ਹੈ ਨਾ। ਮੈਂ ਆਪਣੇ ਅੰਦਰ ਜਾਣਾ ਹੈ, ਆਪਣੇ ਅੰਦਰ ਜਾ ਕੇ ਖੁਦ ਕੋਲੋਂ ਪੁੱਛਣਾ ਹੈ ਕਿ ਇਹ ਲਵ એનર્ਜੀ ਮੇਰੇ ਦੁਆਰਾ ਕਿਸ ਤਰ੍ਹਾਂ ਰਿਲੀਜ਼ ਹੋਣਾ ਚਾਹ ਰਹੀ ਹੈ, ਜਿਸ ਤੇ ਅਸੀਂ ਕੱਲ ਗੱਲ ਕਰ ਬੈਠੇ ਹਾਂ। तो इस तरीके ਅਸੀਂ ਫਾਰਮੂਲੇ ਵੀ ਅਸੀਂ ਆਪਣੇ ਲਈ ਜਿਹੜੇ ਫਾਰਮੂਲਾ ਕ੍ਰੀਏਟ ਕਰਨਾ ਹੈ, ਉਹ ਇਸ ਸਮਝ ਦੇ ਨਾਲ ਕ੍ਰੀਏਟ ਕਰਨਾ ਹੈ। ਜਦੋਂ ਅਸੀਂ ਹੁਣ ਮੌਨ ਦੇ ਵਿੱਚ ਬੈਠਾਂਗੇ ਤੇ ਅਸੀਂ ਇਹ ਨੌਲੇਜ ਪ੍ਰਾਪਤ ਕਰਨੀ ਹੈ ਕਿ ਸਾਹਮਣੇ ਵਾਲੇ ਬੰਦੇ ਦੇ ਨਾਲ ਲਵ એનર્ਜੀ ਨੂੰ ਹਾਇਰ ਸੈਲਫ ਕੋਲੋਂ ਨੌਲੇਜ ਲੈਣੀ ਹੈ ਕਿ ਹੁਣ ਮੈਂ ਇਹਦੇ ਨਾਲ ਆਪਣੀ ਲਵ એનર્ਜੀ ਨੂੰ ਕਿਸ ਤਰੀਕੇ ਨਾਲ ਐਕਸਚੇਂਜ ਕਰਾਂ, किस तरीके और फिर जो भी उस तो गाइडेंस आ रही है हायर सेल्फ तो, मेरे यस मेरे हायर सेल्फ तो, मेरे गुरमुख वाले पार्ट तो, जो भी उन्होंने नाम दे दिए, एक्चुअली साडे कोल तो नाम है हर एक अपने हायर सेल्फ का, ते असी उन्होंने पूछना है कि दस ਹੁਣ ਮੈਂ ਕਿਸ ਉਹਦੇ ਦੇ ਨਾਲ ਮੈਂ ਆਪਣੀ ਲਵ એનર્ਜੀ ਨੂੰ ਇਸ ਪਰਸਨ ਨਾਲ ਰਿਲੀਜ਼ ਕਰਨੀ ਹੈ। ਫਿਰ ਜੋ ਵੀ ਨੌਲੇਜ ਮੈਨੂੰ ਮਿਲਦੀ ਹੈ, ਜੋ ਵੀ ਨੌਲੇਜ, ਉਸ ਨੂੰ ਮੈਂ ਉੱਚੀ ਬੋਲਣ ਵਾਲੀ ਹਾਂ। ਇੱਕ ਵਾਰੀ ਦੋ ਵਾਰੀ ਉੱਚੀ ਬੋਲਾਂਗੀ ਤਾਂ ਕਿ ਮੈਨੂੰ ਕਨਫਰਮ ਹੋ ਜਾਏ ਇਹ ਜੋ ਨੌਲੇਜ ਆ ਰਹੀ ਹੈ ਇਹ ਹਾਇਰ ਸੈਲਫ ਤੋਂ ਹੀ ਆ ਰਹੀ ਹੈ, ਲੋਅਰ ਤੋਂ ਨਹੀਂ ਆ ਰਹੀ। ਕਿਉਂਕਿ ਤਲਵਾਰ ਮੈਂ ਗੁੱਸੇ 'ਚ ਵੀ ਉਠਾ ਸਕਦੀ ਹਾਂ, ਲੈ ਬਈ ਤੂੰ ਇੱਕ ਮੂੰਹ ਚਾਂਡਾ ਮਾਰਿਆ, ਮੈਂ ਤੇਰੇ ਮੂੰਹ ਤੇ ਦੋ ਚਪੇੜਾ ਮਾਰਨੀ, ਕਿਉਂਕਿ ਮੈਨੂੰ ਅੰਦਰੋਂ ਨੌਲੇਜ ਆਈ ਹੈ। ਇਹ ਮਨ ਦੀ ਨੌਲੇਜ ਵੀ ਹੋ ਸਕਦੀ ਹੈ, ਇਹ ਮਨ ਦੀ ਤਰਫੋਂ ਵੀ ਆ ਸਕਦੀ ਹੈ ਗਿਆਨ। ਤਾਂ ਇਹ ਸਾਰੇ ਦੇ ਉੱਤੇ ਨਹੀਂ ਫਸਣਾ। ਇਸ ਪਿੱਛੇ ਸਾਨੂੰ ਇਹ ਟੂਲਸ ਜਿਹੜੇ ਪਹਿਲੇ ਦਿੱਤੇ ਗਏ, ਉਸ ਤੋਂ ਬਾਅਦ ਇਹ ਸਮਝ ਦਿੱਤੀ ਜਾ ਰਹੀ ਹੈ। ਹੁਣ ਅਸੀਂ ਉਸ ਟੂਲ ਨੂੰ ਯੂਜ਼ ਕਰਨਾ, ਯੈਸ ਔਰ ਨੋ ਦੇ ਸਿਗਨਲ ਨੂੰ ਅਸੀਂ ਬਾਰ-ਬਾਰ ਕਿ ਇਹ ਜੋ ਮੈਂ ਸੋਚ ਰਹੀ ਹਾਂ, ਜੋ ਮੈਨੂੰ ਗਿਆਨ ਆ ਰਿਹਾ ਹੈ ਆਪਣੇ ਮੌਨ ਦੇ ਵਿੱਚੋਂ, ਇਹ ਠੀਕ ਹੈ ਜਾਂ ਗਲਤ, ਹਾਂ ਜਾਂ ਨਾ ਦਾ ਜਵਾਬ ਲੈਣਾ ਹੈ। ਔਰ ਬਾਰ-ਬਾਰ ਜਦੋਂ ਅਸੀਂ ਚੈੱਕ ਕਰਾਂਗੇ ਆਪਣੇ ਹਾਇਰ ਸੈਲਫ ਨਾਲ ਕਮਿਊਨੀਕੇਟ ਕਰਕੇ ਕਿ ਯੈਸ ਇਹੀ ਬਿਲਕੁਲ ਠੀਕ ਹੈ, ਇਹੀ ਹੈ ਮੇਰਾ ਲਵ ਐਕਸਚੇਂਜ ਇਸ ਪਰਸਨ ਦੇ ਨਾਲ। ਤੇ ਫਿਰ ਜਦੋਂ ਅਸੀਂ ਇਹ ਲਵ ਐਕਸਚੇਂਜ ਆਪਣਾ ਕਮਿਊਨੀਕੇਸ਼ਨ ਹਾਇਰ ਸੈਲਫ ਦੇ ਨਾਲ ਕਰਾਂਗੇ ਤੇ ਸਾਡੇ ਅੰਦਰ ਇੱਕ ਕੌਨਫੀਡੈਂਸ ਆ ਜਾਏਗਾ ਕਿ ਯੈਸ, ਬਿਲਕੁਲ ਸ਼ੋਰਿਟੀ ਹੋ ਜਾਏ ਕਿ ਯੈਸ ਮੈਂ ਹੁਣ ਜੋ ਵੀ ਐਕਸ਼ਨ ਲੈਣਾ ਹੈ ਉਹ ਬਿਲਕੁਲ ਕਲੀਅਰ ਹੈ, ਬਿਲਕੁਲ ਠੀਕ ਹੈ। तो इसलिए ਇਹਨੂੰ yes और no ਦੀ ਸਿਗਨਲ ਦੀ ਸਾਨੂੰ ਜ਼ਿਆਦਾ ਬਾਰ-ਬਾਰ ਪ੍ਰੈਕਟਿਸ ਕਰਨ ਨੂੰ ਕਿਹਾ ਗਿਆ ਹੈ। ਔਰ ਜਦੋਂ ਸਾਨੂੰ ਫਿਰ ਪਤਾ ਚੱਲ ਜਾਏਗਾ ਕਿ ਅਸੀਂ ਆਪਣੇ ਜਿਹੜਾ ਲਵ એનર્ਜੀ ਨੂੰ ਇਸ ਤਰੀਕੇ ਦੇ ਨਾਲ ਐਕਸਚੇਂਜ ਕਰਨਾ ਹੈ ਇਸ ਪਰਸਨ ਦੇ ਨਾਲ, तो ਇਹ ਪਤਾ ਚੱਲ ਜਾਏਗਾ, ਫਿਰ ਅਸੀਂ ਉਹ ਕਰਨਾ ਸ਼ੁਰੂ ਕਰ ਦੇਂਗੇ ਪ੍ਰੈਕਟਿਸ। ਇਸ ਦੇ ਨਾਲ ਹੀ ਨਾਲ ਜਿਹੜੀ ਅਸੀਂ ਪਹਿਲੇ ਦਿਨ ਤੋਂ ਸਿੱਖ ਰਹੇ ਹਾਂ ਕਿ ਉਸ ਪਿਆਰ ਨੂੰ ਆਪਣੇ ਹਿਰਦੇ 'ਚ ਮਹਿਸੂਸ ਕਰਨਾ ਔਰ ਬਾਹਰ ਭੇਜਣਾ, ਇਹ ਵੀ ਅਸੀਂ ਨਾਲੋਂ ਨਾਲ ਸ਼ੁਰੂ ਰੱਖਣ ਵਾਲੇ ਹਾਂ। ਔਰ ਇਸ ਪ੍ਰੋਸੈਸ ਦੇ ਵਿੱਚ ਜਿਹੜਾ ਸੈਂਡਿੰਗ ਲਵ ਹੈ, ਪਿਆਰ ਦੀ એનર્ਜੀ ਨੂੰ ਬਾਹਰ ਹਰ ਕਿਸੇ ਨੂੰ ਭੇਜਣਾ, ਜਿੱਥੇ ਵੀ ਮੇਰਾ ਧਿਆਨ ਜਾਂਦਾ ਹੈ, ਜਿਸ ਨੂੰ ਵੀ ਦੇਖ ਕੇ ਮੈਨੂੰ ਲੱਗਦਾ ਕਿ ਅਰੇ ਇਹ ਵਿਚਾਰਾ, ਤਾਂ ਤੁਰੰਤ ਉਸ ਲਵ એનર્ਜੀ ਉਸ ਨੂੰ ਭੇਜਣਾ ਹੈ। ਔਰ ਦੇਖਣਾ ਕੀ ਹੈ ਕਿ ਮੈਂ ਆਨੰਦਿਤ ਹੋਈ ਜਾ ਰਹੀ ਹਾਂ। ਇਹ ਸਾਰੇ ਕੰਮ ਕਰਦਿਆਂ ਕਰਦਿਆਂ ਧੀਰੇ ਧੀਰੇ ਮੈਂ ਆਨੰਦ ਦੀ ਫੀਲਿੰਗ ਦੇ ਵਿੱਚ ਰਹਿਣਾ ਸ਼ੁਰੂ ਕਰਤਾ। ਘਟਨਾ ਜਿਹੜੀ ਮਰਜ਼ੀ ਹੋ ਰਹੀ ਹੈ ਬਾਹਰ, ਲੇਕਿਨ ਮੇਰੇ ਅੰਦਰੋਂ ਇੱਕ ਆਨੰਦ ਹੀ ਆਈ ਚਲਾ ਜਾ ਰਿਹਾ ਹੈ। ਔਰ ਅਸੀਂ ਜਿਹੜਾ ਮੇਰੇ ਦਿਲ ਦਾ ਕਨੈਕਸ਼ਨ ਹੈ, ਮੇਰੇ ਹਾਰਟ ਦਾ ਕਨੈਕਸ਼ਨ ਹੈ ਸਾਰਿਆਂ ਦੇ ਨਾਲ, ਮੈਂ ਇਸ ਨੂੰ ਧੀਰੇ ਧੀਰੇ ਡਿਵੈਲਪ ਕਰਨਾ ਹੈ। ਔਰ ਜਿਹੜੀ ਇਨਫਾਈਨਾਈਟ ਸਪਲਾਈ ਮੇਰੇ ਅੰਦਰੋਂ ਸ਼ੁਰੂ ਹੋ ਗਈ ਹੈ ਹੁਣ, ਕਿਉਂਕਿ ਹੁਣ ਤਾਂ ਮੇਰੇ ਜਿਨ੍ਹਾਂ ਦੇ ਨਾਲ ਕਾਲੇ ਖੱਟੇ ਰਿਲੇਸ਼ਨਸ ਨੇ, ਉਹਨਾਂ ਨੇ ਵੀ ਮੈਂ ਲਵ ਐਕਸਚੇਂਜ ਸ਼ੁਰੂ ਕਰ ਦਿੱਤਾ ਹੈ। ਤਾਂ ਇਹ ਇੱਕ ਵਨਨੈਸ ਦੀ ਫੀਲਿੰਗ, ਜਿਹੜੀ ਇਨਫਾਈਨਾਈਟ ਸਪਲਾਈ ਮੇਰੇ ਅੰਦਰੋਂ ਹੁਣ ਸ਼ੁਰੂ ਹੋ ਗਈ ਹੈ, ਇਹ ਮੈਂ ਪੂਰੇ ਵਰਲਡ ਦੇ ਨਾਲ, ਪੂਰੇ ਸੰਸਾਰ ਦੇ ਨਾਲ ਇਹਦਾ ਐਕਸਚੇਂਜ ਸ਼ੁਰੂ ਕਰ ਦੇਣਾ ਹੈ ਔਰ ਉਸਨੂੰ ਇੰਜੋਏ ਕਰਨਾ ਹੈ ਪੂਰੇ ਦਿਨ ਦੇ ਵਿੱਚ। ਤਾਂ ਆਈ ਹੋਪ ਲਵ એનર્ਜੀ ਦਾ ਜਿਹੜਾ ਐਕਸਚੇਂਜ ਦਾ ਹੈ ਉਹ ਅਸੀਂ ਕਲੀਅਰ ਕਰ ਲਿਆ ਹੈ। If it is clear, then we go to अपनी meditation ਦੇ ਵਿੱਚ ਅਸੀਂ ਚਲੇ ਜਾਂਦੇ ਹਾਂ। Is the concept clear? Yes, तो okay, ਫਿਰ ਅਸੀਂ ਆਪਣੇ ਧਿਆਨ ਦੀ ਤਰਫ ਜਾਂਦੇ ਹਾਂ। ਧਿਆਨ ਦੇ ਲਈ ਜਾਣ ਲਈ ਅਗੇਨ ਅਸੀਂ ਆਪਣੀਆਂ ਅੱਖਾਂ ਬੰਦ ਕਰਾਂਗੇ। ਅੱਖਾਂ ਸਾਡੀਆਂ ਬੰਦ ਨੇ ਔਰ ਪਾਣੀ ਅਸੀਂ ਪੀਆਂਗੇ, ਥੋੜਾ ਜਿਹਾ ਪਾਣੀ ਪੀਆਂਗੇ। चश्मा है तो चश्मे ਨੂੰ उतार देंगे। 3 लॉक्स लगावांगे, हाथ क्रॉस करके बैठांगे, अखा बंद सुखासन दे विच बैठ जावांगे। अगर सुखासन च बैठना पॉसिबल नहीं है, असी चेयर या सोफे ते बैठे हैं तो लत्तां नूं क्रॉस कर लांगे। चित साडा बिल्कुल शांत है, बॉडी रिलैक्स।
मन शांत, ध्यान श्वास ते। ना कोई सोच, ना कोई विचार, मन शांत, संता के कारज आप खलोया, हर काम करावन आया राम। Energy exchange. परवरदिगार अपार अगम बेअंत तू, जिन्ना पछाता सच चुम्मा पैरमू।
कोई सोच, ना कोई विचार। Just feel the love. हर स्यों हीरा छाड़ के करे आने की आस, ते नर दो जख जाएंगे सत पाखे रविदास।
नरक निवार उधार हो जियो, गुण गोविंद अमृत रस पियो। जल थल महियल पूरिया, स्वामी सिरजनहार। अनेक पांत होए पसरिया, नानक एक अंकार। टुटिया दुर्मत दूर कर, गुर सेवा कर नीत। राम रतन मन तन बसे, तज काम क्रोध लोभ मीत। मरण मिटे जीवन मिले, बिन सही सगल कलेस। आप तजो गोविंद भजो, पाओ भगत परवेश। मन शांत,
उठत बैठत हर पजो, साधु संग परीत, नानक दुर्मत छुट गई, पार ब्रह्म बसे चीत। एनर्जी एक्सचेंज। लाली मेरे लाल की, तित देखूं तित लाल, लाली देखण में गई, मैं भी हो गई लाल। oneness. One minute, masters. अव्वल अल्लाह नूर उपाया, कुदरत के सब बंदे, एक नूर ते सब जग उपजया, कौन पले को मंदे। उस प्यार नूं महसूस करते हुए फील करिए उस प्यार नूं, उस ख्याल नूं फील करते हुए ध्यान दी गहराइयां तो बाहर आने की तैयारी। लास्ट 10 seconds।
10, 9, 8, 7, 6, 5, 2, 1, शून्य, खाली। दोनों हत्थां नूं अपनी अखां दे उत्ते रखांगे। उस एनर्जी नूं फील करांगे। अपना समय लैंदे हुए धीरे धीरे ध्यान तो बाहर आने का प्रयास करांगे। 5, 4, 3, 2, 1, 0। मुस्कुराते हुए खुद नूं थैंक्स करते हुए खुद लिए क्लैप करते हुए ध्यान तो बाहर आने का जतन करांगे। थैंक यू मास्टर्स। आप जी का बहुत बहुत धन्यवाद। उस अकाल पुरख सर्वशक्तिमान का बहुत बहुत धन्यवाद जिन्हें सेवा करने का मौका दिता। तुहाडे सारिਆਂ का बहुत बहुत धन्यवाद। थैंक यू, थैंक यू, थैंक यू फॉर बीइंग इन माय लाइफ। Thank you, ma'am. Thank you so much. थैंक्स।